Hello student, I am Dalwar Singh from Department of Technical Education and Industrial Training Punjab। ਅੱਜ ਦੀ ਜੋ ਵੀਡੀਓ ਆ ਮੇਰੀ ਜਿਸ ਦੇ ਬਾਰੇ ਅੱਜ ਮੈਂ ਤੁਹਾਨੂੰ ਸਿਖਾਉਣ ਜਾ ਰਿਹਾ ਉਹ ਹੈ ਇੰਡੈਕਸਿੰਗ, ਡਿਫਰੈਂਸ਼ੀਅਲ ਇੰਡੈਕਸਿੰਗ ਤੇ ਕੰਪਾਊਂਡ ਇੰਡੈਕਸਿੰਗ। ਕੰਪਾਊਂਡ ਇੰਡੈਕਸਿੰਗ ਕਿਵੇਂ ਕੀਤੀ ਜਾਂਦੀ ਆ ਤੇ ਡਿਫਰੈਂਸ਼ੀਅਲ ਇੰਡੈਕਸਿੰਗ ਕਿਵੇਂ ਕੀਤੀ ਜਾਂਦੀ ਆ, ਇਸ ਦੇ ਬਾਰੇ ਅੱਜ ਮੈਂ ਤੁਹਾਨੂੰ ਜਿਹੜਾ ਆ ਉਹ ਦੱਸੂਗਾ। ਸੋ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਏ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਇਹਦਾ ਸਟੂਡੈਂਟ ਜਿਹੜਾ ਆ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਕੰਪਾਊਂਡ ਇੰਡੈਕਸਿੰਗ ਜਿਹੜੀ ਹੈਗੀ ਆ ਉਹ ਉੱਥੇ ਕਰਦੇ ਆ ਜਿੱਥੇ ਸਿੰਪਲ ਇੰਡੈਕਸਿੰਗ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਜਿੱਥੇ ਅਸੀਂ ਸਿੰਪਲ ਇੰਡੈਕਸਿੰਗ ਦੇ ਨਾਲ ਅਸੀਂ ਕੋਈ ਜਿਹੜੀ ਡਿਵਾਈਡ ਕਰਨੀ ਆ, ਜਿੰਨੇ ਅਸੀਂ ਟੀਥ ਕੱਟਣੇ ਆ ਉਹ ਸਾਡੇ ਨਹੀਂ ਕੱਟ ਹੋ ਸਕਦੇ। ਸੋ ਇਸ ਦੇ ਵਿੱਚ ਕੀ ਕਰਦੇ ਆ, ਜਿਵੇਂ ਇਹਦੇ ਤੋਂ ਹੀ ਸਮਝ ਸਕਦੇ ਤੁਸੀਂ, ਕੰਪਾਊਂਡ ਦਾ ਮਤਲਬ ਆ ਕਿ ਇਕੱਠਾ ਕਰਨਾ, ਦੋ ਚੀਜ਼ਾਂ ਨੂੰ ਇਕੱਠੀਆਂ ਮੂਵਮੈਂਟਾਂ ਦੇਣੀਆਂ ਦੋ ਦੀਆਂ। ਸੋ ਇਸ ਤਰੀਕੇ ਦੇ ਨਾਲ ਕੀ ਕਰਦੇ ਆ, ਅਸੀਂ ਇਹਨੂੰ ਮੂਵਮੈਂਟ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੇ ਆ। ਜਿਹੜੀ ਇਹ ਸਾਡੇ ਕੋਲ ਆਮ ਜਿਹੜੀ ਮੂਵਮੈਂਟ ਆਉਂਦੀ ਆ, ਅਸੀਂ ਆਮ ਜਿਹੜੀ ਇੰਡੈਕਸਿੰਗ ਕਰਦੇ ਆ ਸਿੰਪਲ ਇੰਡੈਕਸਿੰਗ, ਉਹਨੂੰ 40/n ਲੈ ਕੇ ਕਰਦੇ ਆ। ਤੋ ਇਸ ਤਰੀਕੇ ਦੇ ਨਾਲ ਇਹਦੀਆਂ ਦੋ ਮੂਵਮੈਂਟਾਂ ਦੇ ਦਿੰਦੇ ਅਸੀਂ। ਇੱਕ ਪਹਿਲੀ ਜਿਹੜੀ ਹੈਗੀ ਆ n1/n1, ਤੋ ਦੂਸਰੀ ਜਿਹੜੀ ਮੂਵਮੈਂਟ ਦਿੰਨੇ ਅਸੀਂ ਇਹਦੇ 'ਚ n2/n2। ਇੱਥੇ ਜਿਹੜਾ ਆ n, ਇਹਨਾਂ ਤੋਂ ਭਾਵ ਹੈਗਾ ਆ ਕਿ ਜਿਹੜੀ ਇੱਥੇ ਮੈਂ n ਲਿਖਿਆ ਹੈਗਾ ਆ, ਵੱਡਾ n ਲਿਖਿਆ ਹੋਇਆ ਆ, ਸੋ ਇਹਦੇ ਵਿੱਚ ਹੈ ਦਾ ਨੰਬਰ ਆਫ ਡਿਵੀਜ਼ਨ ਰਿਕੁਆਇਰਡ, ਕਿ ਸਾਨੂੰ ਜਿਹੜੀਆਂ ਡਿਵੀਜ਼ਨ ਰਿਕੁਆਇਰਡ ਕਿੰਨੀਆਂ ਆ। ਦੂਸਰਾ ਜਿਹੜਾ n1 ਅਸੀਂ ਲਿਖਿਆ ਆ ਵੱਡਾ, ਉਹਦਾ ਮਤਲਬ ਆ ਦਾ ਹੋਲ ਸਰਕਲ ਯੂਜ਼ਡ ਬਾਈ ਦੀ ਕਰੈਂਕ ਪੈਨ। ਕਰੈਂਕ ਪੈਨ ਨਾਲ ਜਿਹੜਾ ਆ ਉਹ ਕਿਹੜਾ ਸਰਕਲ ਜਿਹੜਾ ਆ ਯੂਜ਼ ਕੀਤਾ, ਪਹਿਲਾ ਸਰਕਲ ਜਿਹੜਾ ਕੀਤਾ। ਤੇ ਉਹਦੇ ਵਿੱਚ n1 ਜਿਹੜਾ ਸਮਾਲ ਵਾਲਾ, ਉਹਦਾ ਮਤਲਬ ਹੈਗਾ ਆ ਕਿ ਦਾ ਹੋਲ ਸਪੇਸ ਮੂਵਡ ਬਾਈ ਪੈਨ ਇਨ n1 ਹੋਲ ਸਰਕਲ। ਜਿਹੜਾ ਇੱਕ n1 ਹੋਲ ਸਰਕਲ ਆ ਉਹਦੇ ਵਿੱਚ ਕਿੰਨੇ ਮੂਵਮੈਂਟ ਅੱਗੇ ਨੂੰ, ਅਸੀਂ ਕਿੰਨੇ ਹੋਲਾਂ ਦੀ ਮੂਵਮੈਂਟ ਅੱਗੇ ਨੂੰ ਕਰੈਂਕ ਪੈਨ ਦੀ ਕੀਤੀ ਆ। ਦੂਸਰਾ ਜਿਹੜਾ ਹੈਗਾ ਆ ਮੇਰੇ ਕੋਲ n2 ਜਿੱਥੇ ਹੈ, ਇਹ n2 ਜਿਹੜਾ ਇਹਦਾ ਮਤਲਬ ਹੈਗਾ ਦਾ ਹੋਲ ਸਪੇਸ ਮੂਵਡ ਬਾਈ ਦਾ ਪਲੇਟ ਐਂਡ ਦਾ ਕਰੈਂਕ ਪੈਨ ਇਨ n2 ਹੋਲ ਸਰਕਲ। ਸੋ n2 ਹੋਲ ਸਰਕਲ ਦੇ ਵਿੱਚ ਅਸੀਂ ਕਿੰਨਾ ਅੱਗੇ ਨੂੰ, ਉਹ ਦੇਖੋ ਇਹ ਜਿਹੜੀ ਹੈਗੀ ਆ ਪਲੇਟ ਨੂੰ ਵੀ ਦਿੱਤੀ ਜਾ ਸਕਦੀ ਆ, ਪਰ ਕਰੈਂਕ ਨੂੰ ਪੈਨ ਨੂੰ ਵੀ ਦਿੱਤੀ ਜਾ ਸਕਦੀ। ਸੋ ਇਹਦੇ ਵਿੱਚ ਜਿਹੜਾ ਹੈਗਾ ਆ, ਅਸੀਂ ਇੱਕ ਜਿਹੜਾ ਪਹਿਲਾਂ ਇੱਕ ਸਰਕਲ ਤੇ ਦੇ ਦਿੰਦੇ ਆ, ਫਿਰ ਦੂਸਰੇ ਸਰਕਲ ਤੇ ਜਿਹੜੀ ਆ ਉਹ ਅਸੀਂ ਮੂਵਮੈਂਟ ਜਿਹੜੀ ਆ ਉਹ ਦੇ ਦਿੰਦੇ ਆ। ਹੁਣ ਇਹਨੂੰ ਕੱਢਣ ਦਾ, ਕੈਲਕੂਲੇਸ਼ਨ ਕਰਨ ਦਾ ਕੀ ਤਰੀਕਾ ਹੈ। ਮੰਨ ਲਵੋ ਮੈਂ 69 ਟੀਥ ਜਿਹੜੇ ਕੱਟਣੇ ਸੀ, ਇਹਦੇ ਲਈ ਮੈਂ ਇੱਕ ਤੁਹਾਨੂੰ ਫਾਰਮੂਲਾ ਬਣਾ ਕੇ ਜਿਹੜਾ ਤਿਆਰ ਕਰ ਦਿੱਤਾ। ਸੋ ਇਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ ਦੋ ਮੂਵਮੈਂਟਾਂ ਆਪਾਂ ਦਿੰਨੇ ਆ। ਇੱਥੇ ਮੈਂ ਪਹਿਲਾਂ ਸਭ ਤੋਂ ਕੀ ਕਰਨਾ, ਇਹਦੇ ਵਿੱਚ ਜੋ ਸਾਡੇ ਕੋਲ ਰਿਕੁਆਇਰਡ ਟੀਥ ਹੈਗੇ, ਜਿੰਨੇ ਅਸੀਂ ਕੱਟਣੇ ਆ, ਜਿੰਨੇ ਅਸੀਂ ਸਾਨੂੰ ਡਿਵੀਜ਼ਨ ਚਾਹੀਦੇ ਆ, ਉਹਦਾ ਮੈਂ ਫੈਕਟਰ ਬਣਾਉਂਗਾ ਪਹਿਲਾਂ ਸਭ ਤੋਂ। ਜਿਵੇਂ ਇੱਥੇ ਮੈਂ ਬਣਾਏ ਹੈਗੇ ਆ ਫੈਕਟਰ ਗਿਵਨ ਟੀਥ ਦੇ 23/3, 23 ਤੇ 3, ਇਹ ਬਣਾ ਲਏ 23×3=69। ਸੋ ਇਸ ਤਰੀਕੇ ਦੇ ਨਾਲ ਮੈਂ ਇਹ ਲੈ ਲਿਆ। ਹੁਣ ਮੈਂ ਇਹਦੇ 'ਚ ਜਿਹੜੇ ਆ, ਇੱਕ ਤਾਂ ਮੈਂ ਹੋਲ ਜਿਹੜੀ ਆ ਸਰਕਲ ਉਹ ਮੈਂ ਸਿਲੈਕਟ ਕਰ ਲਵਾਂਗਾ 23 ਵਾਲਾ, ਦੂਸਰਾ ਜਿਹੜਾ ਆ ਉਹ ਮੈਂ 3 ਵਾਲਾ ਕਰ ਦੂੰਗਾ। ਦੂਸਰੀ ਮੂਵਮੈਂਟ ਮੈਂ ਜਿਹੜੀ ਆ 3 ਵਾਲੀ, ਪਰ 3 ਵਾਲੀ ਜਿਹੜੀ ਹੁੰਦੀ ਨਹੀਂ ਗੀ ਆਪਣੇ ਕੋਲ। ਤੋ ਇਸ ਕਰਕੇ ਮੈਂ ਕੀ ਕਰੂੰਗਾ, ਇਹਨੂੰ ਜਿਹੜੀ ਹੈ ਇਹਦੀ ਜਗ੍ਹਾ ਤੇ ਮੈਂ ਕੀ ਕਰੂੰਗਾ 33 ਵਾਲੀ ਲੈ ਲਊਂਗਾ। ਮੈਂ ਸਿਲੈਕਟ ਕਰ ਲੈਣਾ 23 ਤੇ 33 ਵਾਲੇ ਹੋਲ ਦੋ ਸਿਲੈਕਟ ਕਰ ਲਏ। ਇਸ ਦੇ ਨਾਲ ਕੀ ਹੋਇਆ, ਹੁਣ ਮੈਂ 23 ਤੇ 33 ਵਾਲੇ, ਹੁਣ ਅੱਗੇ ਆ ਕਿ ਅਸੀਂ ਮੂਵਮੈਂਟ ਉੱਤੇ ਕਿੰਨੀ ਜਾਣੀ 23 ਵਾਲੇ ਤੇ ਕਿੰਨੀ ਦੇਣੀ ਆ। ਜਿਹੜਾ ਸਰਕਲ ਕੀਤਾ 23 ਵਾਲਾ, ਤਾਂ ਅਗਲਾ ਜਿਹੜਾ 33 ਵਾਲਾ ਕੀਤਾ ਆ ਉਹ ਆਪਾਂ ਕਿੱਥੇ ਦੇਣੀ ਹੈ, ਕਿੰਨੀ ਦੇਣੀ ਹੈਗੀ ਆ। ਸੋ ਉਹਨੂੰ ਜਿਹੜੀ ਆ ਅਸੀਂ ਮੂਵਮੈਂਟ ਅਸੀਂ ਦੇਣੀ ਹੈ। ਉਹ ਕਿਵੇਂ ਕੱਢਣੀ ਆ, ਉਹਦੇ ਵਿੱਚ ਫਾਰਮੂਲਾ ਬਣਾਤਾ ਕਿ ਗਿਵਨ ਟੀਥ ਜਿੰਨੇ ਟੀਥ ਦਿੱਤੇ ਆ 69, ਉਹ ਮੈਂ ਇੱਥੇ ਲਿਖ ਲਿਆ 69 ਇਹਦੇ ਵਿੱਚ। ਫਿਰ ਡਿਫਰੈਂਸ ਆਫ ਹੋਲ ਸਿਲੈਕਟਡ ਸਰਕਲ, ਡਿਫਰੈਂਸ ਕਿੰਨਾ, ਇੱਕ 23 ਵਾਲਾ ਮੈਂ ਸਿਲੈਕਟ ਕੀਤਾ, ਇੱਕ 33 ਵਾਲਾ, ਉਹ ਮੈਂ ਇੱਥੇ ਲਿਖ ਲਿਆ, ਦੋਨਾਂ ਦਾ ਡਿਫਰੈਂਸ ਕੱਢ ਲਿਆ। ਸੋ ਇਹ ਮੇਰੇ ਕੋਲ ਆ ਗਿਆ 10 ਤੇ ਇਹ 69 ਰਹਿ ਗਏ। ਫਿਰ ਮੈਂ ਥੱਲੇ ਲਿਖ ਦਿੱਤਾ 40 ਐਜ਼ ਇਟ ਇਜ਼ ਲਿਖ ਦਿੱਤੇ। ਫਿਰ ਮੈਂ ਨੰਬਰ ਆਫ ਹੋਲ ਸਿਲੈਕਟਡ ਫਸਟ ਸਰਕਲ, ਪਹਿਲੇ ਸਰਕਲ ਦੇ ਵਿੱਚ ਕਿੰਨੇ ਹੋਲ ਸਿਲੈਕਟ ਕੀਤੇ ਮੈਂ, ਉਹਦੇ ਵਿੱਚ 33 ਵਾਲਾ ਕੀਤਾ। ਦੂਸਰੇ 'ਚ ਕਿੰਨੇ ਕੀਤੀ ਆ, ਉਹ ਮੈਂ 23 ਵਾਲੀ ਕੀਤੀ ਆ। ਸੋ ਇਹ ਮੈਂ ਜਿਹੜੀ ਆ ਪਲੇਟਾਂ ਜਿਹੜੀਆਂ ਹੈਗੀਆਂ ਸਰਕਲ ਜਿਹੜੇ ਆ ਉਹ ਹੋਲ ਸਰਕਲ ਜਿਹੜੇ ਹੈਗੇ ਆ ਉਹ ਸਿਲੈਕਟ ਕੀਤੇ ਆ। ਹੁਣ ਮੈਂ ਕੀ ਕਰੂੰਗਾ, ਇਹਦੀ ਕਰੂੰਗਾ ਕਟਿੰਗ। ਕਟਿੰਗ ਕਰਨ ਤੋਂ ਬਾਅਦ ਕੀ ਹੋਏਗਾ, ਮੇਰੇ ਕੋਲ ਇੱਥੇ ਇਹਨੂੰ ਮੈਂ
3 ਤੇ कर दिता, ये मेरा कट के इत्थे 11 हो गया, जिहड़ा 33 नूं कट्टिया तो 11 आ गए। हुण मेरे को जिहड़े आ 10 ते 40 कर देना 4 दे नाल। सो ये मेरे को कटिंग करके जिहड़े आ 1/44 आ गए, 1/44 आ गए। हुण इहदे विच एक जिहड़ी सब तो वड्डी है गल कि जे मेरे उपर वाले सारे कटिंग हो जाए तो ठीक आ, यानी कि उपर 1 आ गया फिर ठीक आ। जे उपर नहीं आउंदा 1 कटिंग करके तो फिर मैनू आ जिहड़े आ सर्कल जिहड़े आ मैं सिलैक्ट कीते आ, प्लेट जिहड़ी आ जिन्ने सर्कल वाली सिलैक्ट की, इहदी जगह ते मैनू दूसरे करने पैणगे, वो सिलैक्ट करने आ जिहदे नाल मेरा 1 आ जाए। सो इस करके ये जिहड़ा आ इत्थे ध्यान रखण वाली गल वा। हुण आ जिहड़ी 44 आई आ, ये मेरी मूवमेंट आ गई आ दोनों ही सर्कलों के होलों से। सो ये मेरे को की आ गया N छोटा तो N 1 ਤੇ N2 वाला छोटे आ गए। सो इत्थे मूवमेंट मेरी हुण किन्नी कर लई मैं, ये ਜਿਹੜੇ 44 ਸੀਗੇ ਇਹਨੂੰ ਉੱਪਰ मूवमेंट देती, 23 वाले ते देती, इधर 33 वाले ते भी 44 आ गए। सो 44 मेरी मूवमेंट जी आ उपर आ गए, 23 होलों वाली ते 33 वाले ते आ गई। हुण मैं की करूँगा, ਇਹਦਾ ਜਦੋਂ करूँगा क्योंकि एक क्लॉकवाइज चलनी है, एक एंटी क्लॉकवाइज चलनी, यानी कि एक साइड में चलूगी, दूसरी मूवमेंट दूसरी साइड में चलनी है, वो उल्ट चलनी आ। जे तुसीं पहला क्लॉकवाइज की आ, दूसरी नूं एंटी क्लॉकवाइज लै जाओ, जे पहली एंटी क्लॉकवाइज की आ तो दूसरी नूं क्लॉकवाइज लै जाओ, यानी कि दोनों ही मूवमेंट आपस में उल्ट चलणगियां। ਇਹਦੇ ਵਿੱਚ ਜਦੋਂ मैं किया ਇਹਨੂੰ डिवाइड किया, मेरे को एक सर्कल पूरा आ गया तो 23 वाली का तो 21 होल अगे नूं होर हो गए। सो इदां ही मेरे जिहड़े आ मैं 33 वाले की कीती तो एक सर्कल पूरा आ गया तो 33 जिहड़े आ मेरे कोल 33 वाले दे 11 होल अगे नूं होर आ गए। सो इहदे विच जिहड़ा है एक जिहड़ा चक्कर हैगा आ पूरे ना पूरा जिहड़ा आया सी मेरा वो कट गया, दोनों ही पासे हैगा आ। तो एक बारी असी बैक ले जाना, एक बारी फारवर्ड चले जाना, तो इस करके आपां नूं ये कट देना, इत्थे ही असी कट देना। सो मेरे को जिहड़ी सीधी सीधी आ गई जिहड़ी मूवमेंट वो 23 वाले ते मैं देनी आ जिहड़ी 23 होलों वाला सर्कल हैगा उहदे ते मैं 21 होल जिहड़े आ वो मूवमेंट देनी आ इंडैक्सिंग क्रैंक नूं। दूसरी ते मैं जिहड़ी हैगी आ वो देनी हैगी आ प्लेट नूं भी दे सकदा, जे तुसीं क्रैंक नूं सैट कर सकदे आ, क्रैंक थल्ले लिया के 33 वाले होलों ते तां भी दे सकदे आ। सो वो एंटी क्लॉक उहदे बिल्कुल जिधरों पहलां दित्ती सी मूवमेंट उहदे उल्ट लिजा के असीं 11 जिहड़े आ उहदे 33 वाले ते 11 असीं पिछे नूं जिधर नूं पहलां असीं लैके गए सी क्रैंक दी मूवमेंट दित्ती सी उहदे बिल्कुल उल्ट जिहड़े 11 होल असीं लै जाने। सो इस तरीके दे नाल जिहड़ी आ मेरी ये टीथ जिहड़े आ उहदे ते कट्टे जाएंगे 69। सो 69 टीथ के लिए ये मेरी जी वो इंडैक्सिंग हो जाएगी, क्योंकि ये सानू मूवमेंटा जड़ियाँ 2 देनिया पैंदियां आ, दोनों ही मैनुअली असी करते हैगे आ। पर हुण जिहड़ा हैगा आ इस तो भी अगे एक सुधरिया होया इहदा रूप आ, उहदे द्वारा भी असी मूवमेंटा जड़ियाँ आ वो दिन्ने आ, जिहनूं असी डिफरेंशियल इंडैक्सिंग कहने आ। डिफरेंशियल इंडैक्सिंग है की आ? डिफरेंशियल इंडैक्सिंग मीनस द डिफरेंस ऑफ 2 कंबाइंड मोशन इंडैक्स। जिहड़ा डिफरेंशियल इंडैक्सिंग का मतलब आ कि 2 जिहड़े ਵੱਖ-ਵੱਖ मोशन हैगे दिते उन्हां दा डिफरेंस हुआ। द रिक्वायर्ड डिवीजन इज obtained by movement of the indexing plate either in सेम और अपोजिशन डायरैक्शन। जिहड़ी असी मूवमेंट वा सानू जिन्नी चाहिदी आ वो सेम दे विच डायरैक्शन दे विच जां अपोजिट डायरैक्शन दे विच दे के असी प्राप्त कर सकते हैं, क्योंकि 2 मूवमेंटां आउणियां आ, एक पहली मूवमेंट आ गई दूसरी आ गई। एक इहदे विच की हुंदा आ असी एक मूवमेंट जिहड़ी आ वो क्रैंक नूं दिन्ने आ, दूसरी मूवमेंट जिहड़ी आ वो असी इंडैक्सिंग प्लेट नूं दिन्ने आ, इंडैक्सिंग प्लेट नूं जिहड़ी दिन्ने आ। ते इंडैक्सिंग प्लेट नूं जिहड़ी मूवमेंट आउंदी आ वो साडे गेयर ट्रेन दे नाल आउंदी आ, वो असी गेयर ट्रेन दे नाल जिहड़ी आ वो दिन्ने हैगे आ। द मूवमेंट ऑफ द प्लेट फॉर ए टर्न ऑफ द क्रैंक इज कंट्रोल बाय द चेंज गियर अरेंजमेंट बिटवीन द इंडैक्सिंग हैड स्पिंडल एंड इट्स एक्सिलरी वर्म शाफ्ट। कहण तो भाव कि जिहड़ा इहनूं असी दूसरी मूवमेंट दिन्ने आ जां कंट्रोल असी करदे आ उस मूवमेंट नूं, जिहड़ा उहनूं कंट्रोल कीता जांदा चेंज गियर द्वारा, वो किहदे विच लगी है? एक जिहड़ा स्पिंडल दा जो साडा इंडैक्सिंग हैड वा उहदा स्पिंडल वा उहदे पिछे गरारी लाउने आ, दूसरी असी जिहड़ी एक्सिलरी शाफ्ट जिहड़ी हैगी आ इंडैक्सिंग हैड दी उहदे ते लेने, क्योंकि ये इंडैक्सिंग जिहड़ी आ यूनीवर्सल हैड ते ही कीती जांदी आ, यूनीवर्सल इंडैक्सिंग हैड दे उपर असी करदे आ। सो इहदे विच गेयर ट्रेन ला के असी लैने आ, विचकार असी आइडल गेयर लाउणा जां नहीं लाउणा वो
ਕਿਵੇਂ ਲੱਗਣੇ ਆ, ਉਹ ਇੰਡੈਕਸਿੰਗ ਹੈਡ ਜਿਹੜਾ ਆ ਉਹਦੀ ਬਣਤਰ ਤੇ ਡਿਪੈਂਡ ਕਰਦਾ ਕਿ ਉਹਦੀ ਬਣਾਵਟ ਕਿਹੋ ਜਿਹੀ ਆ। ਸੋ ਇਸ ਕਰਕੇ ਇਹਦੇ ਲਈ ਫਾਰਮੂਲਾ ਹੈਗਾ ਆ, ਅਸੀਂ ਇਹਦੇ ਵਿੱਚ ਕਰਦੇ ਕੀ ਆ, ਅਸੀਂ ਸਿੰਪਲ ਜਦੋਂ ਸਾਨੂੰ ਕੋਈ ਇੰਡੈਕਸਿੰਗ ਦਿੱਤੀ ਆ, ਜਿਵੇਂ ਪਿਛਲੇ ਦੇ ਵਿੱਚ ਕੰਪਾਊਂਡ ਦੇ ਮੈਂ ਵਿੱਚ ਦੱਸਿਆ ਤੁਹਾਨੂੰ, ਅਗਰ ਮੰਨ ਲਓ 67 ਦੀ ਆ ਆਪਾਂ, ਤੇ ਉਹਦੀ ਜਗ੍ਹਾ ਤੇ ਅਸੀਂ ਹੋਰ ਜਿਹੜੀ ਸਿੰਪਲ ਇੰਡੈਕਸਿੰਗ ਹੋ ਸਕਦੀ ਆ, ਅਸੀਂ ਜਿਹਦੀ ਸਿੰਪਲ ਇੰਡੈਕਸਿੰਗ ਆਰਾਮ ਨਾਲ ਹੋ ਸਕਦੀ, ਅਸੀਂ ਉਹ ਜਿਹੜੀ ਆ ਰਕਮ ਲੈ ਲੈਣੀ ਆ, ਅਸੀਂ ਉਹ ਨੰਬਰ ਲੈ ਲੈਣਾ। ਜਿਵੇਂ ਇੱਥੇ ਆ ਇਹ ਤੋਂ ਭਾਵ ਹੈਗਾ ਆ ਕਿ ਸਿਲੈਕਟਡ ਨੰਬਰ, ਜੋ ਅਸੀਂ ਮੰਨਿਆ ਨੰਬਰ ਵਾ, ਤੇ ਜਿਹੜਾ n ਹੈਗਾ, n ਤੋਂ ਭਾਵ ਹੈਗਾ ਗਿਵਨ ਨੰਬਰ ਜੋ ਸਾਨੂੰ ਦਿੱਤਾ ਹੋਇਆ, ਜਿੰਨੇ ਦੀ ਅਸੀਂ ਅਸਲ ਵਿੱਚ ਇੰਡੈਕਸਿੰਗ ਕਰਨੀ ਸੀ। ਸੋ ਜਿਹੜਾ 40 ਹੈਗਾ ਆ ਉਹ ਹੈਗੀ ਆ ਰੇਸ਼ੋ ਆ ਬਰਮ ਤੇ ਬਰਮ ਬੀਲ ਦੀ ਰੇਸ਼ੋ ਵਾਲਾ 40 ਹੈਗਾ ਆ ਤੁਹਾਡਾ। ਸੋ ਇਸ ਤਰੀਕੇ ਦੇ ਨਾਲ ਅਗਲਾ ਨੈਕਸਟ ਇਹਦਾ ਜਿਹੜੀ ਇੱਕ ਕੈਲਕੂਲੇਸ਼ਨ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਆ। ਸੋ ਇਹਦੇ ਵਿੱਚ ਡਿਫਰੈਂਸ਼ੀਅਲ ਇੰਡੈਕਸਿੰਗ ਦੇ ਲਈ ਕਿਵੇਂ ਆ, ਮੈਂ ਮੰਨ ਲਵੋ ਸਪੋਜ਼ ਕਰੋ ਕਿਸੇ ਦੀ ਇੰਡੈਕਸਿੰਗ ਕਰਨੀ ਆ, ਮੈਂ 67 ਦੰਦਿਆਂ ਦੀ ਇੰਡੈਕਸਿੰਗ ਕਰਨੀ ਆ, ਮੈਂ 67 ਜਿਹੜੇ ਭਾਗ ਕਰਨੇ ਆ। ਸੋ ਮੈਂ ਕੀ ਕਰੂੰਗਾ, ਉਹਦੀ ਜਗ੍ਹਾ ਤੇ ਜਿਹੜੀ ਮੇਰੇ ਲਈ ਸੌਖੀ ਹੈਗੀ ਆ, ਸਿੰਪਲ ਇੰਡੈਕਸਿੰਗ ਦੇ ਵਿੱਚ ਹੋ ਸਕਦੀ ਆ, ਉਹ ਮੈਂ ਸਿਲੈਕਟ ਕਰ ਦਊਂਗਾ ਨੰਬਰ। ਸੋ ਉਹ ਮੰਨਿਆ ਮੇਰਾ ਨੰਬਰ ਕੀ ਹੋ ਜਾਏਗਾ, A ਜਿਹੜਾ ਹੈਗਾ ਆ ਉਹ 70 ਮੈਂ ਲੈ ਲਿਆ, ਇੱਥੇ 70 ਲੈ ਲਿਆ ਉਹਦੀ ਜਗ੍ਹਾ ਤੇ। ਸੋ 70 ਦੀ ਇੰਡੈਕਸਿੰਗ ਜਿਹੜੀ ਆ ਉਹ ਮੇਰੀ ਆਰਾਮ ਨਾਲ ਹੋ ਜਾਏਗੀ। 17 ਦੇ ਵਿੱਚ ਕੀ ਆ, ਇੰਡੈਕਸਿੰਗ ਜਿਹੜੀ ਆ ਉਹ ਮੇਰੀ ਆਰਾਮ ਨਾਲ ਹੋ ਜਾਏਗੀ। ਅਸੀਂ ਇੰਡੈਕਸਿੰਗ ਮੂਵਮੈਂਟ ਕਿੰਨੀ ਲੈਣੀ ਆ, ਉਹ ਹੁਣ ਮੇਰੇ ਆ ਗਿਆ 40/A। ਇਹ ਅਜ਼ਿਊਮਡ ਨੰਬਰ ਵਾ, ਕਿਉਂਕਿ 40/n ਹੁੰਦਾ ਸਾਡੀ ਸਿੰਪਲ ਇੰਡੈਕਸਿੰਗ ਦੇ ਵਿੱਚ। ਸੋ ਜਿਹੜਾ ਮੰਨਿਆ ਨੰਬਰ, ਇਸ ਕਰਕੇ ਮੈਂ ਇੱਥੇ A ਲਿਖ ਦਿੱਤਾ। ਸੋ ਇਹ ਆ ਗਿਆ ਮੇਰਾ 40/70। 70 ਇੱਥੇ ਥੱਲੇ ਲਿਖ ਦਿੱਤਾ ਮੈਂ, 40 ਉੱਪਰ। ਜਦੋਂ ਮੈਂ ਇਹਦੀ ਕਟਿੰਗ ਕੀਤੀ ਤਾਂ ਮੇਰੇ ਕੋਲ 4/7 ਆ ਗਿਆ। ਸੋ ਇਹਨੂੰ ਫਿਰ ਮੈਂ ਬਣਾਉਣ ਦੇ ਲਈ ਮੈਂ ਹੋਲ, ਜਿਹੜੀ ਸਾਡੇ ਕੋਲ ਨੰਬਰ ਆਫ ਹੋਲ ਹੈਗੇ ਆ ਸਰਕਲ ਦੇ ਜਾਂ ਪਲੇਟ ਦੇ, ਉਹਦੇ ਹਿਸਾਬ ਦੇ ਨਾਲ ਮੈਂ 3 ਨਾਲ ਉੱਪਰ ਮਲਟੀਪਲਾਈ ਕਰ ਦਿੱਤਾ, 3 ਨਾਲ ਥੱਲੇ ਆ ਕਰ ਦਿੱਤਾ, ਤਾਂ ਮੇਰੇ ਕੋਲ 12/21 ਆ ਗਏ। ਸੋ ਮੈਂ ਕੀ ਕਰੂੰਗਾ, ਇੱਥੇ ਜਿਹੜਾ 21 ਹੋਲਾਂ ਵਾਲਾ ਸਰਕਲ ਆ ਉਹਦੇ ਵਿੱਚ 12 ਜਿਹੜੇ ਆ ਹੋਲ, ਉਹ ਉਨੀ ਮੂਵਮੈਂਟ ਦਊਂਗਾ ਕ੍ਰੈਂਕ ਨੂੰ। ਤਾਂ ਮੇਰੀ ਇਹ ਜਿਹੜੀ ਆ 17 ਦੇ ਲਈ ਇੰਡੈਕਸਿੰਗ ਹੋ ਗਈ, ਜੋ ਮੈਂ ਮੰਨੇ ਨੰਬਰ ਸੀਗੇ। ਸੋ ਇਹਦੀ ਜਗ੍ਹਾ ਤੇ ਮੈਂ 12/21 ਦੀ ਰੱਖੀ ਆ। ਮੈਂ ਹੋਰ ਵੀ ਕੋਈ ਸਿਲੈਕਟ ਕਰ ਸਕਦਾ, ਇੱਥੇ 4 ਨਾਲ ਵੀ ਉੱਪਰ ਮਲਟੀਪਲਾਈ ਕਰ ਸਕਦਾ, ਤਾਂ ਥੱਲੇ ਵੀ 4 ਨਾਲ। ਫਿਰ ਮੇਰੇ ਕੋਲ ਆ ਜਾਣਗੇ 4 ਚੌਕੇ 16 ਤੇ ਥੱਲੇ ਆ ਜਾਣਗੇ 28। ਸੋ ਜੇ ਮੈਂ 28 ਹੋਲਾਂ ਵਾਲੀ ਸਿਲੈਕਟ ਕੀਤੀ ਆ, ਫਿਰ ਮੈਨੂੰ ਉੱਤੇ ਮੂਵਮੈਂਟ ਜਿਹੜੀ ਆ ਮੈਂ 16 ਦੀ ਦੇ ਦਊਂਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਸਾਡੇ ਕੋਲ ਉੱਥੇ ਹੋਲ ਆਏਗੇ ਆ, ਉਹਦੇ ਹਿਸਾਬ ਨਾਲ ਜਿੰਨੇ ਹੋਲਾਂ ਵਾਲੇ ਸਰਕਲ ਹੈਗੇ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਕਰ ਸਕਦੇ ਹਾਂ। ਨੈਕਸਟ ਹੁਣ ਆ ਗਿਆ ਸਾਡੀ ਇਹ ਇੰਡੈਕਸਿੰਗ ਜਿਹੜੀ ਹੈਗੀ ਆ, ਇਹ ਤਾਂ ਹੋਈ ਆ ਸਾਡੇ 17 ਦੀ। ਇਹ ਤਾਂ 70 ਦਿਨ ਦੇ ਕੱਟ ਦੇਗੀ, ਪਰ ਅਸੀਂ ਕੱਟਣੇ ਆ ਐਕਚੁਅਲੀ 67 ਤੋਂ। 67 ਕੱਟਣ ਲਈ ਮੈਂ ਕੀ ਕਰੂੰਗਾ, ਇਹਦੀ ਮੂਵਮੈਂਟ ਜਿਹੜੀ ਸੈਕੰਡ ਮੂਵਮੈਂਟ ਵਾ, ਜਿਹੜੀ ਮੈਂ ਇੱਕ ਕ੍ਰੈਂਕ ਨੂੰ ਇਹ ਦੇਤੀ, ਦੂਸਰੀ ਮੈਂ ਇੰਡੈਕਸਿੰਗ ਪਲੇਟ ਨੂੰ ਦਊਂਗਾ। ਇੰਡੈਕਸਿੰਗ ਪਲੇਟ ਨੂੰ ਉਨੀ ਜਿਹੜੀ ਆ ਉਹਦੇ ਵਿੱਚੋਂ ਮੂਵਮੈਂਟ ਜਿਹੜੀ ਹੈਗੀ ਆ ਉਹ ਕਰੂੰਗਾ, ਉਹਦੀ ਮੂਵਮੈਂਟ ਨੂੰ ਜਿਹੜੀ ਆ ਕੰਟਰੋਲ ਕਰੂੰਗਾ ਕਿ ਮੇਰੇ ਦੰਦੇ ਜਿਹੜੇ ਆ 67 ਦੇ 67 ਲਈ ਹੋ ਜਾਵੇ। ਸੋ ਉਸ ਵਾਸਤੇ ਕੀ ਕਰੂੰਗਾ, ਮੈਂ ਇੱਕ ਗੇਅਰ ਟ੍ਰੇਨ, ਜਿਵੇਂ ਤੁਹਾਨੂੰ ਦੱਸਿਆ ਸੀ ਗੇਅਰ ਟ੍ਰੇਨ ਨਾਲ ਕੰਟਰੋਲ ਕਰਨਾ ਆ। ਸੋ ਗੇਅਰ ਟ੍ਰੇਨ ਲਗਾਊਂਗਾ। ਗੇਅਰ ਟ੍ਰੇਨ ਲਾਉਣ ਦੇ ਲਈ ਜਿਹੜਾ ਇਹ ਫਾਰਮੂਲਾ ਹੈਗਾ ਆ, A-n, ਯਾਨੀ ਕਿ ਮੰਨਿਆ ਨੰਬਰ ਦੇ ਵਿੱਚੋਂ ਦਿੱਤਾ ਹੋਇਆ ਨੰਬਰ ਘਟਾ ਲੈਣਾ ਤੇ ਉਹਨੂੰ ਮਲਟੀਪਲਾਈ ਕਰ ਦੇਣਾ 40/A ਨਾਲ। ਸੋ ਇਹਦੇ ਵਿੱਚ ਮੇਰਾ ਜਿਹੜਾ ਮੰਨਿਆ ਨੰਬਰ ਸੀ ਉਹ 70 ਸੀਗਾ, ਤੇ ਜਿਹੜਾ ਸਾਨੂੰ ਚਾਹੀਦਾ ਸੀ ਉਹ 67 ਸੀ। ਸੋ 17 ਦੇ ਵਿੱਚੋਂ ਮੈਂ 67 ਜਿਹੜੇ ਆ ਉਹ ਮਾਈਨਸ ਕਰ ਦਊਂਗਾ। ਇਹਦੇ ਵਿੱਚ ਕੀ ਹੋ ਗਿਆ, ਮੇਰੇ ਕੋਲ 3 ਆ ਜਾਣਗੇ। ਫਿਰ ਆ ਜਿਹੜਾ 40/70 ਆ ਮੇਰਾ, ਇਹਦੀ ਜਗ੍ਹਾ ਤੇ ਜਿਹੜਾ ਆਇਆ, ਸੋ ਇਹ ਕੀ ਆਇਆ 4/7। ਜਦੋਂ ਕੱਟਿਆ ਮੈਂ, ਇਹ ਮੇਰੇ ਕੋਲ ਆ ਗਿਆ 4/7। ਇਹ ਮੇਰੇ ਕੋਲ 4/7 ਆ ਗਿਆ। ਸੋ ਇਸ ਤਰੀਕੇ ਦੇ ਨਾਲ ਇਹਨੂੰ ਮੈਂ ਮਲਟੀਪਲਾਈ ਕਰੂੰਗਾ, ਤਿੰਨਾਂ ਨੂੰ 4 ਨਾਲ 12 ਆ ਜਾਊਗਾ। ਸੋ 12/7 ਆ ਗਿਆ। ਹੁਣ ਮੈਂ ਕੀ ਕਰੂੰਗਾ, ਇਹਦੇ ਗੇਅਰ ਟ੍ਰੇਨ ਕੱਢ ਲਊਂਗਾ। 12/7 ਦੀ ਰੇਸ਼ੋ ਆ ਗਈ, ਜਿਹੜੀ ਇਹ ਗੇਅਰ ਟ੍ਰੇਨ ਦੀ ਰੇਸ਼ੋ ਆਈ ਆ ਮੇਰੇ ਕੋਲ। ਸੋ ਇਸ ਦੇ ਨਾਲ ਕੀ ਆ, ਮੈਂ ਕੀ ਕਰੂੰਗਾ, ਇਹਨੂੰ ਓਨਿਆਂ ਨਾਲ ਹੀ ਥੱਲੇ ਤਾਂ ਓਨਿਆਂ ਨਾਲ ਹੀ ਮਲਟੀਪਲਾਈ ਉੱਪਰ ਕਰੂੰਗਾ। ਮੈਂ ਕੀ ਕੀਤਾ, 4 ਦੇ ਨਾਲ ਉੱਪਰ ਕਰ ਲਿਆ, ਇਹ ਮੇਰੇ ਕੋਲ 12 ਚੌਕ 48 ਆ ਗਏ। ਸੋ 4 ਦੇ ਨਾਲ ਹੀ ਮੈਂ ਥੱਲੇ ਕਰ ਲਿਆ, ਇਹ ਮੇਰੇ ਕੋਲ 28 ਆ ਗਏ, 28 ਆ ਗਏ। ਸੋ ਮੈਂ ਜਿਹੜੀ ਆ ਗੇਅਰ ਟ੍ਰੇਨ ਇਹਦੇ ਵਿੱਚ ਲਗਾਊਂਗਾ, ਮੈਂ 48 ਦੰਦੇ ਤੇ 28 ਵਾਲੀ ਜਿਹੜੀ ਗਰਾਰੀ ਲਾਊਂਗਾ। ਹੁਣ ਇਹ ਲਾਉਣੀ ਕਿੱਥੇ ਆ, ਜਿਹੜੀ 48 ਵਾਲੀ ਆ ਉਹ ਮੈਂ ਸਪਿੰਡਲ ਦੇ ਡਰਾਈਵਰ ਤੇ ਲਾਉਣੀ ਆ। ਜਿਹੜੀ ਮੈਂ 28 ਵਾਲੀ ਆ ਉਹ ਵਰਮ ਦੀ ਸ਼ਾਫਟ ਆ, ਜਿਹੜੀ ਐਗਜ਼ੈਲਰੀ, ਉਹਨੂੰ ਅਸੀਂ ਡਰਿਵਨ ਬਣਾਉਣਾ ਆ ਤੇ ਉਹਦੇ ਉੱਪਰ ਅਸੀਂ ਜਿਹੜੀ ਹੈਗੀ ਆ ਲਾਉਣੀ ਹੈਗੀ ਆ। ਹੁਣ ਇਹਦੇ ਵਿੱਚ ਸਾਡੀ ਗਰਾਰੀ ਲੱਗਣ ਦਾ, ਇੱਥੇ ਮੈਂ ਜਿਹੜੀ ਤੁਹਾਨੂੰ ਦੱਸਿਆ ਆ ਪਿੱਛੇ 48 ਦੀ 48
ਤੇ ਦੂਸਰੀ ਜਿਹੜੀ ਆ 28। 48 ਦੰਦਿਆਂ ਦੀ ਗਰਾਰੀ ਜਿਹੜੀ ਆ ਉਹ ਆਏਗੀ ਇੱਥੇ ਤੇ 28 ਦੰਦਿਆਂ ਦੀ ਆਏਗੀ ਇੱਥੇ ਇਸ ਤੇ। ਸੋ ਇਹਦੇ ਤੇ ਆਏਗੀ ਇਹ 28 ਦੰਦਿਆਂ ਦੀ। ਇਸ ਤਰੀਕੇ ਦੇ ਨਾਲ ਮੈਂ ਇੱਥੇ ਗਰਾਰੀਆਂ ਲਾ ਲਵਾਂਗਾ। ਜਿਹੜੀ ਆਈਡਲਰ ਗੇਅਰ ਆ ਉਹ ਮੈਨੂੰ ਜ਼ਰੂਰਤ ਹੈ ਕਿ ਨਹੀਂ ਹੈ, ਉਸ ਹਿਸਾਬ ਦੇ ਨਾਲ ਮੇਰੀ ਜਿਹੜੀ ਆਈਡਲਰ ਗੇਅਰ ਇੱਥੇ ਲੱਗੇਗਾ। ਹੁਣ ਦੇਖੋ ਇੱਥੇ ਕੀ ਆ, ਹੁਣ ਮੂਵਮੈਂਟ ਇੱਥੇ ਮੈਂ ਜੇ ਤਾਂ ਵੱਧ ਰਕਮ ਲਈ ਆ, ਮੈਨੂੰ ਚਾਹੀਦੇ ਕਿੰਨੇ ਸੀ 67 ਤੇ ਕਰ ਕਿੰਨੇ ਲਏ ਆ, ਕੀਤੇ ਕਿੰਨੇ ਮੈਂ 17 ਦਾ। ਸੋ ਜੇ ਮੈਂ ਵੱਧ ਲਏ ਆ ਤਾਂ ਦੋਵੇਂ ਡਾਇਰੈਕਸ਼ਨਾਂ ਜਿਹੜੀਆਂ ਆ ਉਹ ਕਰੈਂਕ ਦੀ ਵੀ ਤੇ ਇੰਡੈਕਸਿੰਗ ਪਲੇਟ ਦੀ ਵੀ ਇਹ ਸੇਮ ਦੇ ਵਿੱਚ ਚੱਲਣੀਆਂ। ਕੀ ਚੱਲਣੀਆਂ ਮੇਰਾ ਸੇਮ ਦੇ ਵਿੱਚ। ਜੇ ਕਰੈਂਕ ਮੈਂ ਜੇ ਮੈਂ ਕਰੈਂਕ ਕਲੌਕਵਾਈਜ਼ ਘੁਮਾਉਣਾ ਤਾਂ ਮੇਰੀ ਇੰਡੈਕਸਿੰਗ ਪਲੇਟ ਵੀ ਕਲੌਕਵਾਈਜ਼ ਘੁੰਮਣੀ ਚਾਹੀਦੀ ਆ। ਜੇ ਮੈਂ ਐਂਟੀ ਕਲੌਕਵਾਈਜ਼ ਇਹਨੂੰ ਘੁਮਾਉਣਾ ਕਰੈਂਕ ਨੂੰ ਤਾਂ ਮੇਰੀ ਪਲੇਟ ਵੀ ਜਿਹੜੀ ਹੈਗੀ ਇੰਡੈਕਸਿੰਗ ਪਲੇਟ ਉਹ ਵੀ ਐਂਟੀ ਕਲੌਕਵਾਈਜ਼ ਚੱਲਣੀ ਚਾਹੀਦੀ। ਯਾਨੀ ਕਿ ਦੋਵੇਂ ਮੂਵਮੈਂਟਾਂ ਜਿਹੜੀਆਂ ਮੇਰੀਆਂ ਸੇਮ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਆਉਣੀਆਂ ਚਾਹੀਦੀਆਂ। ਹੁਣ ਇੱਥੇ ਜਿਹੜੀਆਂ ਮੂਵਮੈਂਟਾਂ ਦੇਣੀਆਂ ਆ, ਕਿਉਂਕਿ ਉਹ ਅਸੀਂ ਆਈਡਲਰ ਗੇਅਰ ਦੀ ਮੈਂ ਤਦ ਹੀ ਗੱਲ ਕੀਤੀ ਆ ਕਿ ਲਾਉਣਾ ਕਿ ਨਹੀਂ ਲਾਉਣਾ, ਇਹਦੀ ਮੂਵਮੈਂਟ ਚੈੱਕ ਕਰਨੀ ਆ। ਜੇ ਤਾਂ ਸੇਮ ਦੇ ਵਿੱਚ ਹੈਗੀਆਂ ਆ ਤਾਂ ਠੀਕ ਆ, ਨਹੀਂ ਤਾਂ ਤੁਸੀਂ ਆਈਡਲਰ ਗੇਅਰ ਦੇ ਲਾ ਕੇ ਵਿੱਚ ਉਹ ਚੇਂਜ ਕਰ ਸਕਦੇ ਆ। ਹੁਣ ਇੱਥੇ ਕਿੱਦਾਂ ਹੁੰਦੀ ਆ, ਇੱਥੇ ਵਰਕਿੰਗ ਕਿੱਦਾਂ ਹੋ ਰਹੀ ਆ, ਦੇਖੋ ਇਹਦੇ ਵਿੱਚ ਕੀ ਹੋਇਆ। ਇੱਥੋਂ ਮੈਂ ਕਰੈਂਕ ਨੂੰ ਘੁਮਾਇਆ, ਕਰੈਂਕ ਨਾਲ ਘੁਮਾਇਆ, ਇਹ ਮੈਂ ਇੰਡੈਕਸਿੰਗ ਪਲੇਟ ਆ ਨਾ ਜਿਹੜੀ, ਇਹਦੇ ਪਿੱਛੇ ਇੱਕ ਸਟਾਪ ਪੈਨ ਲੱਗੀ ਹੁੰਦੀ ਆ। ਜਿਹੜਾ ਸਟਾਪ ਪੈਨ ਆ ਉਹਨੂੰ ਮੈਂ ਡਿਸਐਂਗੇਜ ਕਰ ਦੇਣਾ, ਇਹ ਉਹਦੇ ਤੋਂ ਮੈਂ ਇਹਨੂੰ ਫ੍ਰੀ ਕਰ ਦੇਣਾ। ਜਿਹਦੇ ਨਾਲ ਇਹ ਲੌਕ ਕੀਤੀ ਹੁੰਦੀ ਆ ਉਹਦੇ ਤੋਂ ਫ੍ਰੀ ਕਰ ਦੇਣਾ। ਇਹ ਕੀ ਹੋਏਗੀ ਇੱਥੇ ਇਸ ਮਾਮਲੇ ਦੇ ਵਿੱਚ ਕੀ ਹੋਏਗਾ ਹੁਣ ਕਿ ਮੈਂ ਜਦੋਂ ਇਹਨੂੰ ਕਰੈਂਕ ਨੂੰ ਘੁਮਾਊਂਗਾ ਮੇਰੀ ਇਹ ਸ਼ਾਫਟ ਜਿਹੜੀ ਘੁੰਮੇਗੀ। ਜਦੋਂ ਇਹ ਸ਼ਾਫਟ ਘੁੰਮੇਗੀ ਜਿਹੜੀ ਵਰਮ ਸ਼ਾਫਟ ਹੈਗੀ ਆ ਤਾਂ ਮੇਰੇ ਇਸ ਵੀਲ ਨੂੰ ਵੀ ਘੁਮਾ ਦੇਗੀ। ਇਹ ਵੀਲ ਨੂੰ ਘੁਮਾਏਗੀ, ਮੇਰੀ ਜੌਬ ਜਿਹੜੀ ਆ ਉਹ ਡਾਇਰੈਕਸ਼ਨ ਕਿਸੇ 'ਚ ਘੁੰਮਣ ਲੱਗ ਜਾਊਗੀ ਜਿਸ ਡਾਇਰੈਕਸ਼ਨ 'ਚ ਮੈਂ ਘੁਮਾਇਆ ਉਹਨੂੰ। ਸੋ ਇਹਦੇ ਪਿੱਛੇ ਜਿਹੜੇ ਆ ਲੱਗੇ ਆ ਗੀਅਰ ਲੱਗੇ ਆ, ਇਹਦੇ ਤੋਂ ਜਿਹੜੀ ਮੂਵਮੈਂਟ ਵਾ ਉਹ ਇਹਨੂੰ ਆ ਜਾਏਗੀ ਮੂਵਮੈਂਟ। ਠੀਕ ਹੈ ਜੀ, ਇਸ ਨੂੰ ਗਰਾਰੀ ਨੂੰ ਆ ਗਿਆ, ਇਹਦੇ ਤੋਂ ਆਈਡਲਰ ਗੇਅਰ ਨੂੰ ਚੱਲ ਜਾਏਗੀ, ਆਈਡਲਰ ਗੇਅਰ ਤੋਂ ਫਿਰ ਇਸ ਨੂੰ ਆ ਜਾਏਗੀ। ਸੋ ਆਈਡਲਰ ਗੇਅਰ ਦਾ ਕੰਮ ਆ ਸਿਰਫ ਡਾਇਰੈਕਸ਼ਨ ਚੇਂਜ ਕਰਨਾ, ਹੋਰ ਹੁਣ ਰੇਸ਼ੋ ਦੇ ਵਿੱਚ ਕੋਈ ਫਰਕ ਨਹੀਂ ਪਾਉਣਾ। ਇਹਦੇ ਤੋਂ ਮੂਵਮੈਂਟ ਇਹਦੇ ਤੋਂ ਆ ਗਈ। ਸੋ ਇਹ ਮੇਰਾ ਇੱਥੇ ਹੁਣ ਡਰਾਈਵਰ ਬਣ ਗਿਆ। ਆਹ ਗੇਅਰ ਜਿਹੜਾ ਇਹ ਡਰਾਈਵਰ ਬਣ ਗਿਆ, ਇੱਥੇ ਇਹ ਡਰਾਈਵਰ ਬਣ ਗਿਆ, ਇਹ ਫਿਰ ਡਰਾਈਵਰ ਬਣ ਗਿਆ, ਇਹ ਫਿਰ ਡਰਾਈਵਰ ਬਣ ਗਿਆ। ਉਹ ਮੂਵਮੈਂਟ ਜਿਹੜੀ ਆ ਉਹ ਕਿੱਥੇ ਆ ਜਾਏਗੀ, ਚੱਲ ਕੇ ਇਧਰੋਂ ਇੱਥੇ ਇਹਨੂੰ ਫਿਰ ਇਹਨੂੰ ਆ ਜਾਏਗੀ। ਇਹਦੇ ਨਾਲ ਕੀ ਆ, ਇਹਦੇ ਨਾਲ ਲੱਗੀ ਆ ਸਾਡੀ ਇੰਡੈਕਸਿੰਗ ਪਲੇਟ। ਸੋ ਇਹ ਇੰਡੈਕਸਿੰਗ ਪਲੇਟ ਨੂੰ ਇਦਾਂ ਘੁਮਾਉਣੀ ਸ਼ੁਰੂ ਕਰ ਦੇਗੀ, ਯਾਨੀ ਕਿ ਇਧਰੋਂ ਜਿਹੜੀ ਆ ਮੂਵਮੈਂਟ ਇੱਧਰ ਨੂੰ ਆਉਣੀ ਸ਼ੁਰੂ ਹੋ ਜਾਏਗੀ। ਇੰਡੈਕਸਿੰਗ ਨੂੰ ਅਲੱਗ ਆਏਗੀ ਤੇ ਇਹ ਜਿਹੜੀ ਆ ਜੋ ਅਸੀਂ ਇੱਥੇ ਗੇਅਰ ਟ੍ਰੇਨ ਫਿੱਟ ਕੀਤੀ ਆ ਉਸ ਹਿਸਾਬ ਦੇ ਨਾਲ ਇਹ ਸਾਡੀ ਮੂਵਮੈਂਟ ਜਿਹੜੀ ਆ ਉਹ ਇੰਡੈਕਸਿੰਗ ਪਲੇਟ ਨੂੰ ਵੀ ਆ ਜਾਏਗੀ। ਸੋ ਮੈਂ ਇੱਥੇ ਜਿਹੜਾ ਤੁਹਾਨੂੰ ਦੱਸਿਆ ਕਿ ਦੋਵਾਂ ਦੀ ਡਾਇਰੈਕਸ਼ਨ ਜਿਹੜੀ ਆ, ਜੇ ਮੈਂ ਕਰੈਂਕ ਪੈਨ ਨੂੰ ਮੇਰੀ ਡਾਇਰੈਕਸ਼ਨ ਜਿਹੜੀ ਹੈਗੀ ਆ ਜੇ ਮੂਵਮੈਂਟ ਆਉਂਦੀ ਆ ਕਲੌਕਵਾਈਜ਼ ਤਾਂ ਜਿਹੜੀ ਪਲੇਟ ਨੂੰ ਆ ਉਹ ਕਿੱਧਰ ਨੂੰ ਆਉਣੀ ਚਾਹੀਦੀ ਆ। ਜੇ ਤਾਂ ਮੈਂ ਨੰਬਰ ਮੰਨੇ ਜਿਹੜੇ ਨੰਬਰ ਵਾ ਉਹ ਮੈਂ ਜ਼ਿਆਦਾ ਆ, ਯਾਨੀ ਕਿ ਮੈਨੂੰ ਚਾਹੀਦੇ ਮੈਂ ਘੱਟ ਦੰਦੇ ਕੱਟਣੇ ਸੀ, ਐਕਚੁਅਲੀ ਕੱਟਣੇ ਸੀ, ਪਰ ਮੈਂ ਮੰਨ ਲਏ ਜ਼ਿਆਦਿਆਂ ਦੇ ਨਾਲ ਇੰਡੈਕਸਿੰਗ ਕਰ ਲਈ ਆ। ਫਿਰ ਮੇਰੀ ਜਿਹੜੀ ਆ ਕਰੈਂਕ ਦੀ ਮੂਵਮੈਂਟ ਤੇ ਇੰਡੈਕਸਿੰਗ ਪਲੇਟ ਦੀ ਮੂਵਮੈਂਟ ਉਹ ਸੇਮ ਵੱਲ ਨੂੰ ਹੋਏਗੀ। ਕਲੌਕਵਾਈਜ਼ ਆ ਤਾਂ ਦੋਨੇ ਹੀ ਕਲੌਕਵਾਈਜ਼ ਵੱਲ ਨੂੰ ਚੱਲਣਗੀਆਂ। ਸੋ ਇਹ ਜਿਹੜਾ ਚੈੱਕ ਕਰਨਾ ਇੱਥੇ ਲਾਜ਼ਮੀ ਆ। ਇਸ ਤਰੀਕੇ ਦੇ ਨਾਲ ਅਸੀਂ ਇਹਦੀ ਜਿਹੜੀ ਹੈ ਇੰਡੈਕਸਿੰਗ ਕਰ ਸਕਦੇ ਆ। ਇਹ ਇੰਡੈਕਸਿੰਗ ਜਿਹੜੀ ਆ ਯੂਨੀਵਰਸਲ ਹੈਡ ਉੱਪਰ ਹੀ ਆਉਂਦੀ ਹੈਗੀ ਆ। ਜਿਹੜੀ ਇਹ ਸੀਗੀ ਕੰਪਾਊਂਡ ਇੰਡੈਕਸਿੰਗ, ਔਰ ਜਿਹੜੀ ਹੁਣ ਕਰਾਈ ਆ ਮੈਂ ਤੁਹਾਨੂੰ ਤੇ ਉਹ ਡਿਫਰੈਂਸ਼ੀਅਲ ਇੰਡੈਕਸਿੰਗ। ਇਸ ਇੰਡੈਕਸਿੰਗ ਦੇ ਨਾਲ ਹਰੇਕ ਜਿਹੜੇ ਆ ਉਹ ਦੰਦੇ ਜਿਹੜੇ ਆ ਉਹ ਕੱਟੇ ਜਾ ਸਕਦੇ ਆ।